खबर लेने लुधियाने तो 5 प्यारिਆਂ ने डॉक्टर समरा खिलाफ दर्ज केस वापस लैण दी कीती मंग। मलेरकोटला दी घटना दी भी कीती निंदा। श्री पटना साहब विखे वस्तुआं भेंट करन वाले डॉक्टर समरा दे खिलाफ केस दर्ज करवाए गए। केस नूं 5 सिंह सहबाना ने वापस ले जाण दी मंग कीती है। उन्हां कहा कि इस मामले नूं मीडिया 'च नहीं उछालना चाहिदा है। लुधियाने विखे एक प्रैस कॉन्फ्रेंस ਨੂੰ ਸੰਬੋਧਿਤ ਕਰਦਿਆਂ ਭਾਈ ਮੇਜਰ ਸਿੰਘ ਅਤੇ ਹੋਰਾਂ ਨੇ ਵੀ ਕਿਹਾ ਹੈ ਕਿ ਤਖਤ ਸਹਿਬਾਨ ਸ਼੍ਰੀ ਪਟਨਾ ਸਾਹਿਬ ਵਿਖੇ ਡਾਕਟਰ ਸਮਰਾ ਵੱਲੋਂ ਜੋ ਵਸਤੂਆਂ ਭੇਂਟ ਕੀਤੀਆਂ ਗਈਆਂ ਸਨ ਉਹਨਾਂ ਬਾਰੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਉਹਨਾਂ ਨੇ ਕਿਹਾ ਕਿ ਡਾਕਟਰ ਸਮਰਾ ਤੇ ਜੋ ਵੀ ਦੋਸ਼ ਲਗਾਏ ਗਏ ਨੇ ਉਹਨਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ ਜੋ ਅੱਗੇ ਤੋਂ ਸਿੱਖ ਸੰਗਤਾਂ ਵਿੱਚ ਵਿਸ਼ਵਾਸ पैदा होवे जिस दे नाल सिख संगतां दे हिरदे नूं ठेस पहुंची है। इस तरह श्रोमणी गुरुद्वारा प्रबंधक कमेटी भी चोणां नूं लैके उन्हां दे नाल उन्हां ने कहा है कि वो तां चाहुंदे हन कि श्रोमणी गुरुद्वारा प्रबंधक कमेटी दे प्रधान दी चोण बगैर किसी विरोध दे होनी चाहिदी है। इस संबंध विच किस नाल की गलबात हुई है आओ मारदे इस पूरी खबर ते नज़र। जी उत्थों का तख्त साहब का ही पटना साहब का जो अजकल सोशल मीडिया चल रहा वो संबंध में ही आप गल कर रहे हैं। ठीक है जी। जे मान लो जहेदार का मामला उत्थे 5 प्यारों ने स्टैंड लेना चाहिए। हाँ जी हाँ जी। हाँ जे अपना अवल तो पहली गल ही डॉक्टर समरे नूं श्री अकाल तख्त साहब की रिपोर्ट करनी चाहिए। ठीक है जी। वो मसले की उत्थों के 5 प्यारों लिखती शिकायत करता हाँ जी। जे इंसाफ ना मिलता फिर मीडिया जाता। ठीक है जी। ठीक है नहीं ये मसले धार्मिक वा इन्हों उलझाना नहीं चाहिए तख्तों से बैठ के निपटने चाहिए। तख्तां ते बैठ के हाँ। हुण का तुसीं की मंग करदे हो किस तरह दे जिहड़ा ਅਸੀਂ ਮੰਗ ਕਰਦੇ ਹਾਂ ਜੀ ਉੱਥੋਂ ਦੇ ਜਿਹੜੇ 5 ਪਿਆਰੇ ਤਖਤ ਸ੍ਰੀ ਪਟਨਾ ਸਾਹਿਬ ਦੇ ਉਹਨਾਂ ਨੂੰ ਸਟੈਂਡ ਲੈਣਾ ਸਖਤ ਸਟੈਂਡ ਲੈਣਾ ਚਾਹੀਦਾ। ਜਥੇਦਾਰ ਨੂੰ ਉੱਥੇ ਸੱਦ ਕੇ ਬੁਲਾ ਕੇ ਤਲਬ ਕਰਨ ਉਹ ਪੁੱਛਣ ਵੀ ਆ ਤੁਹਾਡੇ ਬਲੇਮ ਲੱਗੇ ਤੇ ਡਾਕਟਰ ਸਮਰਾ ਨੂੰ ਉਹਦੀ ਲਿਖਤੀ ਸ਼ਿਕਾਇਤ ਕਰਨੀ ਚਾਹੀਦੀ ਤਖਤ ਸਾਹਿਬ ਤੇ। ठीक है जी। ਜਿਵੇਂ ਅੱਜ ਦੇ ਮੀਡੀਆ 'ਚ ਜਾ ਰਿਹਾ ਉਹ ਜਾ ਕੇ ਉੱਥੋਂ ਦੇ 5 ਪਿਆਰੇ ਸਾਹਿਬ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕਰੇ। ठीक है ਜੇ ਉਹਦਾ ਕੋਈ ਨਹੀਂ ਹੱਲ ਹੁੰਦਾ ਫਿਰ ਅਗਲਾ ਸੰਗਤਾਂ ਦੇ ਵਿੱਚ ਇਹਨੂੰ ਰੱਖਿਆ ਜਾਣਾ। ठीक है जी। ਠੀਕ ਹੈ ਨਾ ਧਾਰਮਿਕ ਮਸਲੇ ਤੇ ਜਾਣੇ ਨਹੀਂ ਚਾਹੀਦੇ ਬਾਹਰ। ठीक है जी। ਜਿਹੜੇ ਤਖਤ ਸਾਹਿਬ ਤੇ ਹੀ ਨਿਪਟਣੇ ਚਾਹੀਦੇ ਕਿ ਧਾਰਮਿਕ ਮਸਲਾ ਬਾਹਰ ਉਲਝ ਜਾਂਦਾ ਜਾਂਦਾ। ਕੀ ਕਾਰਨ ਕੀ ਮੰਨਦੇ ਹੋ ਵੀ ਉਹਨਾਂ ਨੂੰ ਜਿਹੜਾ ਸਟੈਪ ਕਾਰਨ ਇਹਦੇ ਵਿੱਚ ਜੀ ਇੱਕ ਦੂਜੇ ਦੇ ਬੇਵਿਸ਼ਵਾਸੀ ਵਿਸ਼ਵਾਸ ਕਰਨ ਜਿਹੜੀ ਸੰਗਤ ਆ ਪਹਿਲੀ ਡਾਕਟਰ ਸਮਰਾ ਨੇ ਜੋ ਵਸਤੂਆਂ ਦਿੱਤੀਆਂ ਸੀ ਹਾਂਜੀ ਤੇ ਉੱਥੋਂ ਦੀ ਸੰਗਤ ਨੇ ਪ੍ਰਵਾਨ ਕੀਤੀ ਉਹਨੂੰ ਇੰਨਾ ਉਲਝਣਾ ਨਹੀਂ ਚਾਹੀਦਾ। ਹਾਂਜੀ ਜੇ ਉਹਦੇ ਉੱਤੇ ਜਿੰਨਾ ਵੀ ਸੋਨਾ ਲੱਗਾ ਜੋ ਵੀ ਉਹਦਾ ਸਪਸ਼ਟੀਕਰਨ ਆਪ ਦਿੰਦਾ ਜੇ ਉਹਨੂੰ ਕੋਈ ਸ਼ੰਕੇ ਸੀ ਤੇ ਆਪ ਦੂਰ ਕਰਦਾ। ਹਾਂਜੀ ਤੁਸੀਂ ਮੈਂ ਤੁਹਾਨੂੰ ਇੱਥੇ ਮਾੜੀ ਜਿਹੀ ਉਦਾਹਰਨ ਦੇਣੀ ਚਾਹੁੰਦਾ ਆਪਾਂ ਤੁਸੀਂ ਸਾਰੇ ਪਰਿਵਾਰ ਰਿਸ਼ਤੇਦਾਰਾਂ ਜਿਹੜੇ ਜਾਂਦੇ ਜਾਂ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਸੋਨਾ ਜਦੋਂ ਖਰੀਦਦੇ ਵਾਂ ਹਾਂਜੀ ਸੋਨਾ ਜਦੋਂ ਖਰੀਦਿਆ ਜਾਂਦਾ ਤੇ ਆਪਣੇ ਕੋਲ ਸੋਨੇ ਦੀ ਕੀਮਤ ਸੁਨਿਆਰਾ ਲੈਂਦਾ। ਠੀਕ ਹੈ ਠੀਕ ਹੈ ਨਾ ਡਾਕਟਰ ਸਮਰਾ ਦੀ ਅਸੀਂ ਵੀ ਸੁਣੀ ਉਹ ਰਿਕਾਰਡਿੰਗ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਸਿੰਘ ਸਾਹਿਬ ਕਹਿੰਦੇ ਸੀ ਕਿ ਮੈਂ ਬਣਵਾ ਦੇਣਾ ਤੇ ਸਿੰਘ ਸਾਹਿਬ ਨੇ ਬਣਵਾਤਾ ਜਦ ਸਿੰਘ ਸਾਹਿਬ ਨੇ ਇੰਨੇ ਕਰੋੜਾਂ ਦੀ ਪੇਮੈਂਟ ਦੇਤੀ ਉਹਨਾਂ ਕੋਲ ਪੈਸਾ ਹੈ ਹੀ ਸੋਨਾ ਕਿੱਥੋਂ ਆਇਆ ਸੁਨਿਆਰੇ ਨੇ ਕਿਵੇਂ ਸੋਨਾ ਲਾਤਾ ਤੇ ਕਿਵੇਂ ਤਿਆਰ ਹੋ ਕੇ ਪੀੜਾ ਪਹੁੰਚ ਗਿਆ ਕਿੰਨੇ ਕਰੋੜ ਦੀ ਉਹਦੀ ਕੀਮਤ ਦੱਸ ਰਿਹਾ ਤੇ ਸੁਨਿਆਰਾ ਕਦੀ ਤੁਸੀਂ ਵੇਖੋਗੇ ਪੈਸਾ ਲੈ ਤੋਂ ਬਗੈਰ ਲਾਉਂਦਾ ਕਿਉਂ ਆਂਦਾ ਜੇ ਪੇਮੈਂਟ ਮੈਂ ਇਹਨੂੰ ਦੇਣੀ ਹੈ ਉਹਦੇ ਵਿੱਚ ਰਿਕਾਰਡਿੰਗ ਤੁਸੀਂ ਸੁਣਦੇ ਸਪਸ਼ਟ ਕਹਿ ਰਿਹਾ ਕਿ ਮੈਂ ਪੇਮੈਂਟ ਦੇਣੀ ਹੈ ਜੀ ਤੇ ਪਹਿਲਾਂ ਦਾ ਸਿੰਘ ਨਾਲ ਸਾਹਿਬ ਨਾਲ ਵਿਵਾਦ ਚੱਲ ਪਿਆ ਥੋੜਾ ਜਿਹਾ ਵਿਵਾਦ ਵੀ ਥੋੜਾ ਲੋਕਾਂ ਨੂੰ ਦੱਸ ਦਿਓ ਕਿਉਂਕਿ ਲੋਕਾਂ ਨੂੰ ਇਸ ਦੇ ਜਿਹੜੇ ਜਾਣਕਾਰੀ ਪੂਰੀ ਕਈਆਂ ਨੂੰ ਨਹੀਂ ਹੈਗੀ ਥੋੜਾ ਜਿਹਾ ਡਿਟੇਲ ਦੇ ਵਿੱਚ ਪਲੀਜ਼। ਵਿਵਾਦ ਆ ਜੀ ਇੱਕ ਵੇਖੋ ਪ੍ਰੇਮੀ ਜਦੋਂ ਸ਼ਰਧਾ ਦੇ ਨਾਲ ਕੋਈ ਵਸਤੂਆਂ ਲੈ ਕੇ ਜਾਂਦਾ ਜੋ ਪ੍ਰੋਸੈਸ ਇੱਥੋਂ ਦਾ ਦਰਬਾਰ ਸਾਹਿਬ ਦਾ ਇਵੇਂ ਹੀ ਹਰ ਤੱਕ ਤੇ ਹਰ ਗੁਰਦੁਆਰੇ ਦਾ ਵਾ ਉੱਥੋਂ ਦੀ ਜਿਹੜੀ ਕਮੇਟੀ ਵਾ ਉਹ 'ਤੇ ਵਿਸ਼ਵਾਸ ਕਰਦੀ ਉਹ ਚੀਜ਼ਾਂ ਲੈ ਲੈਂਦੀ ਬਾਅਦ ਵਿੱਚ ਜਦੋਂ ਉਹਨੂੰ ਤੋਸ਼ੇਖਾਨੇ 'ਚ ਲੈ ਕੇ ਜਾਂਦੇ ਆ ਫਿਰ ਉਹਦਾ ਵਜ਼ਨ ਕਰਾਇਆ ਜਾਂਦਾ ਉਹਨੂੰ ਤੋਲਿਆ ਜਾਂਦਾ ਵੇਖਿਆ ਜਾਂਦਾ ਵੀ ਕਿੰਨਾ ਸੋਨਾ ਲੱਗਾ ਤੇ ਫਿਰ ਉਹਨੂੰ ਜਮ੍ਹਾਂ ਕੀਤਾ ਜਾਂਦਾ। ਇਹ ਉੱਥੋਂ ਦੀ ਕਮੇਟੀ ਮੈਨੇਜਮੈਂਟ ਨੇ ਵੇਖਣਾ ਹੈ ਠੀਕ ਹੈ ਜੀ ਵੀ ਇਹਨੂੰ ਅਸੀਂ ਕਿਵੇਂ ਹੱਲ ਕਰਨਾ ਤੇ ਉਹਨੇ ਮੈਨੇਜਮੈਂਟ ਨੇ ਵੀ ਪੂਰਾ ਸਹਿਯੋਗ ਨਹੀਂ ਕੀਤਾ ਫਿਰ ਉਹਦੀ ਮੈਨੇਜਮੈਂਟ ਦੀ ਇਹ ਗਲਤੀ ਹੋਈ ਜਿਹੜਾ ਉਹਨਾਂ ਨੇ ਡਾਕਟਰ ਸਮਰ ਦੇ ਪਰਚਾ ਦਰਜ ਕਰਾਇਆ ਜੋ ਸੁਣਿਆ ਵਾ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਇਹ ਤੁਹਾਨੂੰ ਉਹੀ ਦੱਸ ਸਕਦੇ ਨਾ। ਠੀਕ ਹੈ ਜੀ ਆਪਾਂ ਤਾਂ ਸੁਣਿਆ ਹੀ ਆ ਨਾ ਸਾਰਿਆਂ ਨੇ ਆਪਾਂ ਸੁਣਿਆ ਹੀ ਆ। ਹੁਣ ਤੁਸੀਂ ਵੀ ਸਿੰਘ ਸਾਹਿਬ ਹੋ ਤੁਸੀਂ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਮਤਲਬ ਜਿਹੜਾ ਕਿਸ ਤਰ੍ਹਾਂ ਇਹਨੂੰ ਨਜਿੱਠਣ ਵਾਸਤੇ ਜਿਹੜੀ ਹੁਣ ਕਮੇਟੀ ਦਾ ਗਠਨ ਦੀ ਮੰਗ ਕਰਦੇ ਉਹਦੇ ਵਿੱਚ ਕਮੇਟੀ ਦੀ ਗਠਨ ਨਹੀਂ ਚਾਹੀਦੀ ਸਭ ਤੋਂ ਪਹਿਲਾਂ ਸਮਰਾ ਸਾਹਿਬ ਨੂੰ ਰਿਟਨ ਸ਼ਿਕਾਇਤ ਕਰਨੀ ਚਾਹੀਦੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਨੂੰ ਤੇ ਉੱਥੋਂ ਦੇ 5 ਪਿਆਰਿਆਂ ਨੂੰ ਜੇ ਉਹ ਮੰਨ ਲਓ ਨਹੀਂ ਇਨਸਾਫ ਕਰਦੇ ਫਿਰ ਉਹ ਅਗਲੀ ਗੱਲ ਕਰੇ ਫਿਰ ਉਹਨੇ ਵੇਖਣਾ ਮੈਂ ਕਿਵੇਂ ਮਸਲੇ ਫਿਰ ਸੰਗਤਾਂ ਨੂੰ ਲੈ ਕੇ ਜਾਣਾ ਕਿਵੇਂ ਜਥੇਦਾਰ ਦਾ ਫਿਰ ਅਗਲਾ ਕੰਮ ਕਰੇ ਘਰਾਓ ਕਰੇ ਜੋ ਉਸ ਪ੍ਰੋਸੈਸ ਉਹਦੇ ਮੁਤਾਬਕ ਚੱਲੇ। ਮੀਡੀਆ ਜਾਣ ਦੀ ਬਜਾਏ ਉੱਥੋਂ ਦੇ ਸਾਹਿਬ ਦੇ 5 ਪਿਆਰਿਆਂ ਨੂੰ ਰਿਟਨ ਸ਼ਿਕਾਇਤ ਕਰੇ ਵੀ ਆਹ ਮਸਲਾ ਤੇ ਉਹ 5 ਪਿਆਰੇ ਸਟੈਂਡ ਲੈਣ ਪਰ ਜੀ ਅਸੀਂ ਇਹਨਾਂ ਦੇ ਵਿੱਚ ਧਾਰਮਿਕ ਬੰਦੇ ਹਾਂ ਸਾਡਾ ਚੋਣਾਂ ਨੂੰ ਕੋਈ ਵਾਹ ਵਾਸਤਾ ਨਹੀਂ
ਅਸੀਂ ਚੋਣਾਂ ਦੇ ਹੱਕ ਵਿੱਚ ਨਹੀਂ। ਗੁਰਦੁਆਰੇ ਦੇ ਵਿੱਚ ਚੋਣ ਹੋਣੀ ਨਹੀਂ ਚਾਹੀਦੀ। ਸਮਝੀ ਗੱਲ? ਇਹ ਤਾਂ ਵੈਸੇ ਸੰਗਤਾਂ ਬਹਿ ਕੇ ਤੇ ਉਹਨੂੰ ਥਾਪੜ ਵੀ ਤੁਸੀਂ ਇਹਨਾਂ ਜਿਹੜੇ ਕੰਮ ਕਰਨਾ, ਇਹ ਚੋਣ ਸਿਸਟਮ ਹੀ ਗਲਤ ਵਾ। ਅਸੀਂ ਧਾਰਮਿਕ ਆ, ਸਾਡਾ ਇਹਨਾਂ ਨਾਲ ਕੋਈ ਵਾਸਤਾ ਨਹੀਂ, ਇਹਨੂੰ ਕਿਵੇਂ ਕਰਨਾ ਕਿਵੇਂ ਕਰਾਉਣਾ। ਅਸੀਂ ਤਾਂ ਇਹਨੇ ਦੀ ਗੁਰਦੁਆਰੇ ਵਿੱਚ ਇਹ ਚੋਣ ਹੋਣੀ ਨਹੀਂ ਚਾਹੀਦੀ, ਚੋਣਾਂ ਦਾ ਸਿਸਟਮ ਨਹੀਂ ਚਾਹੀਦਾ। ਗੁਰੂ ਘਰ ਦੇ ਵਿੱਚ ਜਿਹੜਾ ਪ੍ਰਬੰਧਕ ਯੋਗਤਾ ਰੱਖਦਾ, ਜਿਹੜਾ ਉਹਨੂੰ ਚਲਾ ਸਕਦਾ ਸਿਸਟਮ ਨੂੰ ਹੋਵੇ। ਵੇਖੋ ਜੀ, ਇਹ ਜਿਹੜੀਆਂ ਗੱਲਾਂ ਇਹ ਦੁਨਿਆਵੀ ਵਾ, ਇਹ ਪੱਖ ਤੋਂ ਸਾਡਾ ਕੋਈ ਬੋਲਣਾ ਠੀਕ ਨਹੀਂ ਲੱਗਦਾ। ਤੁਸੀਂ ਸਿਆਣੇ ਜੇ, ਸਾਨੂੰ ਇਹ ਜਿਹੇ ਸਵਾਲ ਨਾ ਕਰ, ਕਿਉਂ? ਇਹ ਦੁਨਿਆਵੀ ਲੋਕਾਂ ਦੀ ਆਪਣਾ ਸਿਸਟਮ ਆ, ਕੋਈ ਕੀ ਕਰਦਾ ਵਾ, ਉਹਦੀ ਆਪਣੀ ਨਿੱਜੀ ਜ਼ਿੰਦਗੀ, ਉਹਦੇ ਵਿੱਚ ਅਸੀਂ ਦਖਲਅੰਦਾਜ਼ੀ ਨਹੀਂ ਕਰ ਸਕਦੇ। ਹੁਣ ਇਸ ਮਾਮਲੇ ਆਪਾਂ ਨਾਲੇ ਵੇਖਾਂਗੇ ਤੇ ਫਿਰ ਅਗਲੀ ਗੱਲ, ਜੇ ਤੇ ਉਹਦੇ ਵਿੱਚ ਕੋਈ ਵਿਵਾਦ ਵਾ, ਕੋਈ ਧਾਰਮਿਕ ਪੱਖ ਤੋਂ ਕਿਸੇ ਦੇ ਧਰਮ ਨੂੰ ਠੇਸ ਪਹੁੰਚਦੀ ਆ, ਫਿਰ ਆਪਾਂ ਉਹਤੇ ਗੱਲ ਕਰ ਸਕਦੇ। ਅਸੀਂ ਵੇਖੀਏ ਨਹੀਂ ਜਿਹੜੀ ਚੀਜ਼ ਸਾਡੇ ਨੋਟਿਸ 'ਚ ਨਹੀਂ। ਹੁਣ ਇਸ ਮਾਮਲੇ 'ਚ ਅਗਲੀ ਕਿੱਦਾਂ ਦੀ ਜਿਹੜਾ ਤੁਸੀਂ ਫੈਸਲਾ ਲਓਗੇ ਜਾਂ ਕਿਸ ਤਰ੍ਹਾਂ ਦੀ ਜਿਹੜੀ ਆ? ਵੇਖੋ ਜੀ, ਨਹੀਂ ਫੈਸਲਾ ਲੈਣਗੇ ਤਾਂ ਅਗਲੀ ਰਣਨੀਤੀ ਅਸੀਂ ਵੇਖਾਂਗੇ ਵੀ ਕੀ ਕਰਨਾ। ਉਹਨੇ ਪਹਿਲੀ ਗੱਲ ਤਾਂ ਸਮਰਾ ਸਾਹਿਬ ਨੂੰ ਉੱਥੇ ਰਿਟਰਨ ਸ਼ਿਕਾਇਤ ਕਰਨੀ ਚਾਹੀਦੀ, ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੂੰ। ਹਾਂਜੀ, 5 ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੇ 5 ਪਿਆਰੇ ਉੱਥੋਂ ਦੇ ਠੀਕ ਹੈ, ਤਖਤਾਂ ਦੇ 5 ਪਿਆਰਿਆਂ ਨੂੰ ਰਿਟਰਨ ਸ਼ਿਕਾਇਤ ਦੇਵੇ, ਸਾਰੇ ਤਖਤਾਂ 'ਤੇ ਜਾ ਕੇ। ਠੀਕ ਹੈ ਜੀ। ਜੇ ਉਹ ਕਿਹੜੇ ਤਖਤ ਆ, ਉਹ 5 ਪਿਆਰੇ ਫੈਸਲਾ ਲੈਣ ਚਾਹੀਦਾ, ਕਿਉਂ ਜਥੇਦਾਰ ਤੇ ਦੋਸ਼ ਲੱਗੇ ਆ ਨਾ। ਹਾਂਜੀ, ਇਹਦਾ ਫੈਸਲਾ ਹੁਣ 5 ਪਿਆਰੇ ਕਰ ਸਕਦੇ ਉੱਥੋਂ ਦੇ ਜਿਹੜੇ ਮੌਜੂਦਾ, ਠੀਕ ਹੈ ਜੀ। ਉਹ ਸਟੈਂਡ ਲੈ ਸਕਦੇ ਆ, ਉਹਨਾਂ ਕੋਲ ਹੱਕ ਵਾ ਉਹ ਕਰ ਸਕਦੇ ਆ। ਤੁਸੀਂ ਇਹ ਅੱਜ ਅਸੀਂ ਥੋੜ੍ਹੇ ਦਿਨ ਪਹਿਲਾਂ ਸਾਡੇ ਫਾਦਰ ਸਾਹਿਬ ਦੀ ਬਰਸ਼ੀ ਮਨਾਈ ਸੀ ਤੇ ਉਹਦੇ ਸਬੰਧ 'ਚ ਇਹਨਾਂ ਨੂੰ ਸੱਦਾ ਪੱਤਰ ਪਹਿਲਾਂ ਦਿੱਤਾ ਸੀ ਤੇ ਅੱਜ ਇੱਧਰ ਧਰਮ ਪ੍ਰਚਾਰ ਦੇ ਲਹਿਰ ਦੇ ਅਧੀਨ ਇਸ ਪਾਸੇ ਇਸ ਇਲਾਕੇ 'ਚ ਆਏ ਸੀ। ਆਉਂਦੇ ਘਰੇ ਆਏ ਨੇ ਤੇ ਨਾਲ ਹੀ ਕੁਦਰਤੀ ਮੇਰੇ ਦੋਸਤ ਪ੍ਰੈਸ ਵਾਲੇ ਸੀ, ਤੁਸੀਂ ਫਿਰ ਮੈਂ ਤੁਹਾਨੂੰ ਬੇਨਤੀ ਕੀਤੀ ਵੀ 5 ਪਿਆਰੇ ਆਏ ਹੋਏ ਆ। ਤੇ ਅੱਜ ਮਸਲਾ ਇਹ ਸੀ ਇੱਥੇ ਪ੍ਰੈਸ ਦੇ ਵਿੱਚ ਵੀ ਜਿਹੜਾ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਮਸਲਾ ਗਾ, ਉਹ ਜਿਹੜਾ ਬੰਦਾ ਕਰਤਾਰਪੁਰ ਦਾ ਰਹਿਣ ਵਾਲਾ, ਉਹਨੂੰ ਇਹ ਚਾਹੀਦਾ ਵੀ ਸੋਸ਼ਲ ਮੀਡੀਆ ਜਾਣ ਦੀ ਬਜਾਏ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾਂ 5 ਪਿਆਰਿਆਂ ਦੇ ਪੇਸ਼ ਹੋ ਕੇ ਇਹ ਸਾਰੀ ਗੱਲ ਨਿਪਟਾਉਂਦਾ। ਲੇਕਿਨ ਉਹਨੇ ਸੋਸ਼ਲ ਮੀਡੀਆ 'ਚ ਲਿਆ ਕੇ ਇਹ ਸਾਰੀ ਬਹੁਤ ਵੱਡੀ ਉਹਨੇ ਗੁਸਤਾਖੀ ਕਰੀ ਆ, ਕਿਉਂਕਿ ਇਹ ਪੰਥਕ ਮਸਲਾ। ਤੇ ਬਾਕੀ ਉਹਦੇ ਬਾਰੇ ਤਾਂ ਇਹ ਸੁਣਿਆ ਤੇ ਕਈ ਪਰਚੇ ਵੀ ਨੇ, ਤੇ ਇਹ ਵੀ ਉਹਦੇ ਬਾਰੇ ਸੁਣਨ 'ਚ ਆਇਆ ਵੀ ਉਹਨੇ ਜਿਹੜਾ ਹਜ਼ੂਰ ਸਾਹਿਬ ਦੇ ਵਿੱਚ ਸੋਨਾ ਦਿੱਤਾ ਸੀ ਉਹ ਅੱਧਾ ਨਕਲੀ ਸੀ। ਉਹਨੇ ਦੁਬਾਰਾ ਫਿਰ ਉਹ ਜਿਹੜਾ ਸਮਾਨ ਦਿੱਤਾ ਉੱਥੇ ਕਲਗੀ ਵਗੈਰਾ ਉਹ ਦੁਬਾਰਾ ਤਿਆਰ ਕਰਾ ਕੇ ਦਿੱਤੀ ਹੈ। ਇਸ ਕਰਕੇ ਜਿਹੜਾ ਪੰਥਕ ਮਸਲਾ ਇਹ ਸਾਰਾ, ਇਹਨੂੰ ਪੰਥ ਦੇ ਅੰਦਰ ਹੀ ਵਿਚਾਰਿਆ ਜਾਣਾ ਚਾਹੀਦਾ ਜੀ। ਇਹਨੂੰ ਮੀਡੀਆ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ, ਕਿਉਂਕਿ ਉਹ ਬੰਦੇ ਦਾ ਰਿਕਾਰਡ ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਇੱਥੇ ਦੇ ਲੋਕਲ ਰਹਿਣ ਵਾਲੇ। ਜਿਹੜੇ ਜਥੇਦਾਰ ਜੀ ਪਟਨਾ ਸਾਹਿਬ ਦਾ ਮਸਲਾ ਹੈ, ਉਹਦੇ ਬਾਰੇ ਮੈਨੂੰ ਜਿੰਨਾ ਕੁ ਮੈਂ ਸੁਣਿਆ ਹੈ, ਉਹਦੇ 'ਚ ਕਿਸੇ ਸੇਵਕ ਜਿਹੜੇ ਕਿ ਜਲੰਧਰ ਨੇੜੇ ਕਰਤਾਰਪੁਰ 'ਚ ਰਹਿੰਦੇ ਨੇ, ਹਸਪੀਟਲ ਚਲਾਉਂਦੇ ਨੇ। ਵੈਸੇ ਉਹਨਾਂ ਦੀ ਜਿਹੜਾ ਹਸਪੀਟਲ ਚਲਾਉਣਾ ਇੱਕ ਸੰਚਾਲਕ ਦੇ ਤੌਰ 'ਤੇ ਅਲੱਗ ਚੀਜ਼ ਹੈ, ਪਰ ਉਹ ਡਾਕਟਰ ਨਹੀਂ ਹੈਗੇ। ਤੇ ਉਹ ਦਾਅਵਾ ਕਰਦੇ ਨੇ ਵੀ ਮੈਂ ਕੁਝ ਸੋਨੇ ਦਾ ਸਮਾਨ, ਕੁਝ ਹੋਰ ਵੀ ਕਈ ਚੀਜ਼ਾਂ ਦਾ ਦਾਅਵਾ ਕਰਦੇ ਨੇ ਉਹ, ਜਿਹਦੇ 'ਚ ਉਹ ਕਹਿੰਦੇ ਨੇ ਮੈਂ 70 ਲੱਖ ਰੁਪਏ ਕੈਸ਼ ਵੀ ਦਿੱਤਾ। ਤੇ ਮੈਂ ਪੁਰਜ਼ੋਰ ਤੌਰ 'ਤੇ ਮਤਲਬ ਡਿਮਾਂਡ ਕਰਦਾ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਵੀ 70 ਲੱਖ ਰੁਪਏ ਜਦੋਂ ਆਪਾਂ ਕੈਸ਼ ਦਿੰਦੇ ਹਾਂ, ਉਹ ਵੀ ਐਡੀ ਵੱਡੀ ਸੰਸਥਾ ਨੂੰ, 2 ਲੱਖ ਰੁਪਏ ਤਾਂ ਆਪਾਂ ਬੈਂਕ 'ਚ ਨਹੀਂ ਜਮ੍ਹਾਂ ਕਰਾ ਸਕਦੇ, ਉਹਦਾ ਵੀ ਆਪਾਂ ਨੂੰ ਨਾਲ ਦੀ ਨਾਲ ਜਵਾਬ ਦੇਣਾ ਪੈ ਸਕਦਾ। ਜਿਹੜੇ ਆਪਣੇ ਪੈਨ ਕਾਰਡ ਬਣੇ ਹੈ, ਈਡੀ ਹੈ, ਹੋਰ ਆਪਣੇ ਕੋਲੇ ਜਿਹੜੇ ਇਹਦੇ 'ਤੇ ਇਨਕਮ ਟੈਕਸ ਬੈਠਾ ਹੈ, ਉਹਦਾ ਕੋਈ ਜਵਾਬ ਨਹੀਂ ਹੈਗਾ ਵੀ 70 ਲੱਖ ਰੁਪਏ ਕੈਸ਼ ਆਪਾਂ ਕਿਸੇ ਨੂੰ ਦੇ ਰਹੇ ਹਾਂ। ਅਤੇ ਉਸ ਚੀਜ਼ ਦੀ ਕੋਕ ਹੋਣੀ ਚਾਹੀਦੀ ਹੈ। ਦੂਜੀ ਗੱਲ, ਜਿਹੜੀਆਂ ਇਹੋ ਜਿਹੀਆਂ ਸੰਸਥਾਵਾਂ ਹੁੰਦੀਆਂ ਨੇ, ਰਿਲੀਜੀਅਸ ਸੰਸਥਾਵਾਂ, ਇਹਨਾਂ ਕੋਲ ਇਨਕਮ ਟੈਕਸ ਦੀ ਰਿਬੇਟ ਹੁੰਦੀ ਹੈ, ATG। ਕਈ ਵਾਰੀ ਅਗਲਾ ਇਨਕਮ ਟੈਕਸ ਆਪਦੀ ਵੇਵ ਕਰਾਉਣ ਲਈ, ਹੁਣ ਜਿਹੜੇ ਬੰਦੇ ਹਸਪੀਟਲ ਚਲਾਉਂਦੇ ਨੇ, ਵੱਡੇ ਕਾਰੋਬਾਰ ਕਰਦੇ ਨੇ, ਉਹਨਾਂ ਕੋਲ ਬਲੈਕ ਮਨੀ ਹੁੰਦਾ, ਅਤੇ ਉਹ ਬਲੈਕ ਮਨੀ ਆਪਦਾ ਗੁਰਦੁਆਰਾ ਜਾਂ ਇਹੋ ਜਿਹੀਆਂ ਸੰਸਥਾਵਾਂ ਨੂੰ ਦੇ ਕੇ ਨਾਲੇ ਤਾਂ ਆਪਦਾ ਉੱਧਰੋਂ ਇਨਕਮ ਟੈਕਸ ਰਿਬੇਟ ਲੈਣ ਦੀ ਕੋਸ਼ਿਸ਼ ਕਰਦੇ ਨੇ, ਨਾਲੇ ਉਹ ਚੀਜ਼ ਦੀ ਜਦੋਂ ਪੁਸ਼ਟੀ ਕੀਤੀ ਗਈ, ਜਿਹੜੀ ਸੋਨਾ ਉਹਨਾਂ ਨੇ ਜਮ੍ਹਾਂ ਕਰਾਇਆ ਹੈ, ਉਹ ਸੋਨਾ ਦੇ ਵਿੱਚ ਜਿਹੜੀ ਮਤਲਬ ਆਪਾਂ ਚੈੱਕ ਕਰਦੇ ਹਾਂ, ਉਹ ਸੋਨਾ ਠੀਕ ਨਹੀਂ ਪਾਇਆ ਗਿਆ। ਜਾਂ ਜਿਹੜਾ ਵੀ ਹੋਰ ਉਹਨਾਂ ਨੇ ਚੀਜ਼ਾਂ ਦਾਨ ਕੀਤੀਆਂ, ਉੱਥੇ ਕਾਫੀ ਉਹਨਾਂ ਨੇ ਮੀਡੀਆ 'ਚ ਫੋਟੋ ਵਗੈਰਾ ਹੋਈ, ਅਤੇ ਉਸ ਚੀਜ਼ 'ਤੇ ਹੁਣ ਉਹਨਾਂ ਦੇ FIR ਦਰਜ ਹੋਈ ਹੈ ਪਟਨੇ। ਜਿਹੜੇ ਬੰਦੇ ਦੇ FIR ਦਰਜ ਹੋਈ ਹੈ, ਉਹਨਾਂ FIR ਤੋਂ ਬਚਣ ਲਈ ਕਿਸੇ ਨਾ ਕਿਸੇ ਦੇ ਬਦਨਾਮੀ ਦਾ ਸਿਰ 'ਤੇ ਠੋਕਰਾ ਭੰਨਣਾ ਹੀ ਹੈ। ਪਰ ਜਿਹੜੀ ਆਪਣੀ ਸਿੱਖ ਸੰਗਤਾਂ ਨੇ, ਉਹਨਾਂ ਲਈ ਬਹੁਤ ਵੱਡਾ ਸਥਾਨ ਹੈ ਪਟਨਾ ਸਾਹਿਬ ਦਾ। ਸਾਡੇ ਪਹਿਲੇ ਤਖ਼ਤ ਸਾਹਿਬ ਨੇ, ਗੁਰੂ 10ਵੇਂ ਪਿਤਾ ਜੀ, ਸਾਡੇ ਦਸ਼ਮੇਸ਼ ਪਿਤਾ ਜੀ ਦਾ ਉਹ ਸਥਾਨ ਹੈ। ਇਹ ਤਾਂ ਉਹਨੂੰ ਵੀ ਢਾਹ ਲੱਗਦੀ ਹੈ, ਇਸ ਗੱਲ ਨਾਲ ਸਿੱਖ ਸੰਸਥਾਵਾਂ ਨੂੰ ਵੀ ਢਾਹ ਲੱਗਦੀ ਹੈ। ਇਹ ਕਿਸੇ ਤੇ ਐਵੇਂ ਉਂਗਲ ਚੱਕਣ ਵਾਲੇ ਬੰਦੇ ਦੀ ਪੂਰੀ ਕੋਖ ਕਰਨੀ ਚਾਹੀਦੀ ਹੈ, ਇਹਦੀ ਬੈਕਗਰਾਊਂਡ ਚੈੱਕ ਕਰਨੀ ਚਾਹੀਦੀ ਹੈ ਬੰਦੇ ਦੀ, ਵੀ ਵਾਕਈ ਇਹਦੀ ਇੰਨੀ ਵੈਲਿਊ ਹੈਗੀ ਹੈ ਜਿਹੜੇ ਸਾਹਮਣੇ ਗੱਲਾਂ ਕਰ ਰਿਹਾ। ਲੁਧਿਆਣੇ ਤੋਂ ਏਵਨ ਪੰਜਾਬੀ ਚੈਨਲ ਲਈ ਪ੍ਰਦੀਪ ਭੰਡਾਰੀ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ,
ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight ਲੂਜ਼, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।